ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ, ਹੰਬੀ ਵੰਜਾਂ ਡੁਮਣੀ ਰੋਵਾਂ ਚੀਨੀ ਭਾਨ। ਕਾਦਰ ਦੀ ਕੁਦਰਤ ਹੈ, ਜੋ ਦਿਨ ਆਇਆ ਹੈ ਉਸਨੇ ਟਲ ਜਾਣਾ ਹੈ। ਸੁਬਹ ਹੋਈ ਹੈ ਸ਼ਾਮ ਹੋਏਗੀ, ਸ਼ਾਮ ਹੈ ਉਸ ਤੋਂ ਬਾਅਦ ਦਿਨ ਆਏਗਾ। ਜੋ ਫੁੱਲ ਖਿੜਿਆ ਆਖਰ ਉਸਨੇ ਮੁਰਝਾ ਜਾਣਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬੜਾ ਸੁੰਦਰ ਫਰਮਾਇਆ ਹੈ, आज गुज़श्त नहा चे में पुरसी दरीं दहरे ख़राब, बादशाह खाहद गुज़श्तो हम गदा खाहद गुज़श्त। फानी संसार ਤੋਂ ਜਾਣ ਦੀ ਮੇਰੇ ਕੋਲੋਂ ਕੀ ਗੱਲ ਪੁੱਛਣਾ ਹੈ। ਇੱਥੋਂ ਬਾਦਸ਼ਾਹ ਵੀ ਚਲਾ ਜਾਏਗਾ, ਫਕੀਰ ਵੀ ਚਲਾ ਜਾਏਗਾ। ਇਹ ਸਾਨੂੰ ਪਤਾ ਹੈ ਕਿ ਹਰ ਇੱਕ ਨੇ ਜਾਣਾ ਹੈ, ਲੇਕਿਨ ਕੁਝ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੂੰ ਤੋੜਨ ਲਈ ਮਨ ਨਹੀਂ ਕਰਦਾ। ਅਸੀਂ ਚਾਹੁੰਦੇ ਹਾਂ ਇਹ ਬਾਗ ਦੀ ਰੌਣਕ ਕੇ ਫੁੱਲ ਐਸੇ ਨੇ ਇਸੇ ਤਰ੍ਹਾਂ ਖਿੜੇ ਰਹਿਣ, ਇਹ ਫੁੱਲ ਨਾ ਜਾਏ। ਲੇਕਿਨ ਲੈ ਜਾਣ ਵਾਲਾ ਸਾਡੇ ਕੋਲੋਂ ਨਹੀਂ ਪੁੱਛਦਾ, ਉਹ ਆਪਣੀ ਮਰਜ਼ੀ ਕਰਦਾ ਹੈ। ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ सिख बाग दे ऐसे ही फुल सन। यूं तो रोज गुलशन में गुल खिला करते हैं, एक ही गुल से महक जाती है गुलशन की फिजा। सिख बाग नूं महका के रख देता है। उन्होंने महान कारज किया। समा इन्ना थोड़ा समा उन्हां दा 1944 तो 2006 तक। ਇੰਨੇ ਸਮੇਂ ਵਿੱਚ ਭਾਈ ਸਾਹਿਬ ਨੇ ਸਿੱਖ ਪੰਥ ਦੀ ਨਿਸ਼ਕਾਮ ਸੇਵਾ ਕੀਤੀ। ਨਿਸ਼ਕਾਮਤਾ ਦੇ ਅਰਥ ਉਹਨਾਂ ਜੋ ਸਮਝੇ ਸਨ ਬੜੇ ਗਹਿਰੇ ਸਨ। ਮੇਰਾ ਉਹਨਾਂ ਨਾਲ ਦਿਲੀ ਨਾਤਾ ਸੀ। ਹਰ ਤਰ੍ਹਾਂ ਦੀ ਵਿਚਾਰ ਬੈਠ ਕੇ ਕਰਦੇ ਸਾਂ। ਨਿਸ਼ਕਾਮਤਾ ਦਾ ਅਰਥ ਇੱਕ ਤੇ ਕਿ ਮਾਇਆ ਨਾ ਲੈਣੀ, ਇਹ ਤੇ ਨਹੀਂ ਸਨ ਲੈਂਦੇ। ਪਰ ਨਿਸ਼ਕਾਮਤਾ ਦੇ ਅਰਥ ਇਸ ਤੋਂ ਵੀ ਅੱਗੇ ਨੇ। ਮਾਇਆ ਨਾ ਲਈ, ਹੋਰ ਆਦਰ ਮਾਣ ਦੀ ਇੱਕ ਆਸ ਬਣਾ ਲਈ, ਹੋਰ ਪਦਵੀ ਦੀ ਆਸ ਬਣਾ ਲਈ, ਜਾਂ ਲੋਕੀ ਵਾਹ ਵਾਹ ਕਰਨ ਨਹੀਂ। ਉਹ ਨਿਸ਼ਕਾਮ ਸਨ। ਉਹ ਮਾਇਆ ਵੱਲੋਂ ਵੀ ਨਿਸ਼ਕਾਮ ਸਨ, ਗ੍ਰਹਿਣ ਵੱਲੋਂ ਵੀ ਨਿਸ਼ਕਾਮ ਸਨ, ਉਹ ਤਿਆਗ ਵੱਲੋਂ ਵੀ ਨਿਸ਼ਕਾਮ ਸਨ। ਉਹਨਾਂ ਕਦੀ ਨਹੀਂ ਆਖਿਆ ਮੈਂ ਨਿਸ਼ਕਾਮ ਹਾਂ, ਉਹਨਾਂ ਕਦੀ ਨਹੀਂ ਆਖਿਆ ਮੈਂ ਤਿਆਗ ਕੀਤਾ ਹੈ। ਦੋਵਾਂ ਪਾਸਿਆਂ ਤੋਂ ਨਿਸ਼ਕਾਮ ਸਨ। ਉਸਤਤ ਨਿੰਦਾ ਵੱਲੋਂ ਬੇਮੁਹਤਾਜ ਸਨ। ਕੋਈ ਕੁਛ ਕਹਿ ਜਾਏ, ਉਹਨਾਂ ਨੇ ਕਦੀ ਮਨ ਵਿੱਚ ਇਹ ਧਿਆਨ ਨਹੀਂ ਕੀਤਾ ਕਿ ਮੈਨੂੰ ਕਿਸੇ ਨੇ ਕੀ ਆਖਿਆ। ਉਹਨਾਂ ਨੂੰ ਹਮੇਸ਼ਾ ਪਿਆਰ ਸੀ ਪਰਮਾਤਮਾ ਦੇ ਨਾਮ ਨਾਲ। ਸਿੱਖ ਪੰਥ ਦੀ ਜੋ ਉਹਨਾਂ ਸੇਵਾ ਕੀਤੀ, ਕੀਰਤਨ ਰਾਹੀਂ, ਸਿਮਰਨ ਰਾਹੀਂ। ਮੈਨੂੰ ਇੰਝ ਜਾਪਦਾ ਹੈ ਜਪਜੀ ਸਾਹਿਬ ਵਿੱਚ ਜੋ ਸਤਿਗੁਰਾਂ ਨੇ ਕਿਹਾ ਹੈ, ਘੜੀਐ ਸ਼ਬਦ ਸੱਚੀ ਟਕਸਾਲ। ਸ਼ਬਦ ਘੜਿਆ ਜਾਂਦਾ ਹੈ। ਉਹ ਸ਼ਬਦ ਆਮ ਬੰਦਾ ਕਹਿੰਦਾ ਹੈ, ਕੋਈ ਅਸਰ ਨਹੀਂ ਹੁੰਦਾ। ਜਿਸ ਦਾ ਸ਼ਬਦ ਘੜਿਆ ਗਿਆ ਉਹ ਕਹਿੰਦਾ ਹੈ, ਉਹ ਤੀਰ ਵਾਂਗੂ, ਅਣਿਆਲੇ ਤੀਰ ਵਾਂਗੂ ਵੱਜ ਜਾਂਦਾ। ਅਣੀਆਂ ਵਾਲਾ ਤੀਰ ਜਿਵੇਂ ਵੱਜ ਜਾਏ ਤੇ ਬਾਹਰ ਨਹੀਂ ਨਿਕਲਦਾ। ਭਾਈ ਸਾਹਿਬ ਜੀ ਦੇ ਬੋਲਾਂ ਵਿੱਚ ਬਰਕਤ ਆ ਗਈ ਸੀ। ਜਦੋਂ ਬੋਲਦੇ ਸਨ ਉਹ ਦਿਲ ਨੂੰ ਬਚਨ ਵਿੰਨ ਜਾਂਦੇ ਸਨ। ਮੇਰੇ ਵੇਖਣ ਦੀ ਗੱਲ ਹੈ, ਇੱਕ ਨੌਜਵਾਨ ਜੋ ਕੇਸ ਦਾੜੀ ਗਵਾ ਬੈਠਾ ਸੀ, ਪੁੱਛਦੇ ਨੇ ਤੇਰਾ ਨਾਂ ਸਿੰਘ ਦੱਸਿਆ। ਕਹਿਣ ਲੱਗੇ ਸਿੱਖੀ ਤੇ ਗਵਾ ਬੈਠਾ। ਇਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਸੀ, ਕਿਉਂ ਘਟਾਏ ਨੇ? ਉਹ ਅੱਗੋਂ ਕਹਿਣ ਲੱਗਾ ਜੀ ਵੇਖੇ ਨੇ ਤੁਹਾਡੇ ਕਿਰਪਾਨਾਂ ਵਾਲੇ, ਵੇਖੇ ਨੇ ਮਕੜੀਆਂ ਵਾਲੇ, ਵੇਖੇ ਨੇ ਕੈਸਾਂ ਵਾਲੇ। ਹੱਸ ਕੇ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਵੇਖੇ। ਉਹ ਚੁੱਪ ਕਰ ਗਿਆ। ਕਹਿਣ ਲੱਗੇ ਤੂੰ ਜੋ ਵੇਖੇ ਨੇ ਉਹਨਾਂ ਵਰਗਾ ਨਾ ਬਣ, ਤੂੰ ਚੰਗਾ ਬਣ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਧਾਰਨ ਕਰ। ਮੈਨੂੰ ਜੋ ਕਹਿਣਾ ਹੀ ਕਹਿ ਲੈ, ਜ਼ਰਾ ਗੁੱਸਾ ਨਹੀਂ ਸਨ ਕਰਦੇ। ਮੈਂ ਤੈਨੂੰ ਵਾਰ-ਵਾਰ ਆਖਾਂਗਾ, 1000 ਵਾਰ ਆਖਾਂਗਾ। ਉਸ ਬੱਚੇ ਨੇ ਅੰਮ੍ਰਿਤਪਾਨ ਕੀਤਾ। ਇਹਦਾ ਭਾਵ ਇਹ ਹੈ ਕਿ ਉਹਨਾਂ ਦੇ ਬੋਲਾਂ ਵਿੱਚ ਬਰਕਤ ਸੀ,
ਕਦਮਾਂ ਵਿੱਚ ਬਰਕਤ ਸੀ। ਜਿੱਥੇ ਜਾ ਬੈਠਦੇ ਸਨ ਫਿਜ਼ਾਈ ਕਮਰੇ ਦੀ ਹੋਰ ਹੋ ਜਾਂਦੀ ਸੀ। ਉੱਠਦੇ ਸਨ ਜਿਵੇਂ ਇੰਝ ਜਾਪਦਾ ਹੈ ਕਿ ਰੌਣਕ ਚਲੀ ਗਈ। ਆ ਜਾਂਦੇ ਸਨ ਜਿਸ ਘਰ ਵਿੱਚ ਉਹ ਘਰ ਭਰ ਜਾਂਦਾ ਸੀ। ਸੰਗਤਾਂ ਉਹਨਾਂ ਨੂੰ ਬੜੇ ਪਿਆਰ ਨਾਲ ਵੇਖਦੀਆਂ ਸਨ। ਹਰ ਦਿਲ 'ਚੋਂ ਅਸੀਸ ਨਿਕਲਦੀ ਸੀ ਅਣਥੱਕ। ਇੰਝ ਜਾਪਦਾ ਹੈ ਦੇਹੀ ਵਿੱਚ ਰਹਿੰਦੇ ਉਹ ਵਧੇ ਹੋ ਚੁੱਕੇ ਸਨ। ਰਾਤ ਬੇਸ਼ੱਕ ਉਹਨਾਂ ਨੇ 1 ਵਜੇ ਕੀਰਤਨ ਦੀ ਸਮਾਪਤੀ ਕੀਤੀ ਹੈ, ਫਿਰ 4 ਵਜੇ ਸਿਮਰਨ ਵਾਸਤੇ ਬੈਠ ਗਏ ਨੇ। ਬੈਠਦਿਆਂ ਦੇਹੀ ਦਾ ਉਹਨਾਂ ਨੂੰ ਧਿਆਨ ਹੀ ਨਹੀਂ ਸੀ ਰਹਿ ਜਾਂਦਾ। ਸੱਚੀ ਟਕਸਾਲ ਵਿੱਚ ਉਹਨਾਂ ਦਾ ਜੀਵਨ ਘੜਿਆ ਗਿਆ ਸੀ। ਉਹਨਾਂ ਦੀ ਕੋਈ ਲਾਲਸਾ ਨਹੀਂ ਸੀ। ਮੇਰੇ ਨਾਲ ਇਹ ਇਜ਼ਹਾਰ ਵੀ ਕੀਤਾ, ਕਹਿਣ ਲੱਗੇ ਹੋਰ ਲਾਲਸਾ ਤਾਂ ਹੁਣ ਕੋਈ ਨਹੀਂ ਰਹਿ ਗਈ, ਇੱਕ ਲਾਲਸਾ ਜ਼ਰੂਰ ਹੈ, ਇੱਕ ਬਚੀ ਹੈ। ਮੈਂ ਪੁੱਛਿਆ ਭਾਈ ਸਾਹਿਬ ਉਹ ਕਿਹੜੀ? ਕਹਿਣ ਲੱਗੇ ਲਾਲਸਾ ਇਹ ਹੈ ਕਿ ਮਨੁੱਖਾ ਜਨਮ ਲੈ ਕੇ ਜੋ ਰੱਬੀ ਰਸ ਆਉਣਾ ਚਾਹੀਦਾ ਹੈ ਮਨੁੱਖ ਨੂੰ ਨਾ ਆਏ, ਇਹ ਬੜਾ ਦੁਰਭਾਗ ਹੈ। ਮੈਂ ਚਾਹੁੰਦਾ ਜੋ ਅਕਾਲ ਪੁਰਖ ਨੇ ਰਸ ਬਖਸ਼ਿਆ ਘਰ ਘਰ ਵੰਡਿਆ ਜਾਏ, ਘਰ ਘਰ ਪਹੁੰਚ ਜਾਏ। ਹਰ ਇੱਕ ਸਿੱਖ ਆਪਣੇ ਆਪ ਨੂੰ ਸਿੰਘ ਅਖਵਾਉਣ ਵਾਲਾ ਅੰਮ੍ਰਿਤਧਾਰੀ ਹੋਵੇ, ਨਿਤਨੇਮੀ ਹੋਵੇ, ਸਿਮਰਨ ਭਜਨ ਕਰਨ ਵਾਲਾ ਹੋਵੇ, ਸਿਮਰਨ ਤੋਂ ਵਿਹੂਣਾ ਕੋਈ ਨਾ ਹੋਵੇ। ਉਹ ਚਾਹੁੰਦੇ ਸਨ ਸਿੱਖ ਦਾ ਸਿੱਖ ਨਾਲ ਪਿਆਰ ਹੋਵੇ, ਸਿੱਖ ਐਸਾ ਪਰਉਪਕਾਰੀ ਹੋਵੇ, ਸਿੱਖ ਇੱਕ ਦੁਨੀਆ ਵਾਸਤੇ ਨਮੂਨਾ ਹੋਵੇ। ਇੱਕ ਗੱਲ ਹੋਰ ਇੱਕ ਦਿਨ ਬੈਠਿਆਂ ਹੋਈ, ਕਹਿਣ ਲੱਗੇ 2 ਘੰਟੇ 4 ਘੰਟੇ ਗੁਰਦੁਆਰੇ ਬੈਠ ਲੈਣਾ ਬੜੀ ਚੰਗੀ ਗੱਲ ਹੈ, ਲੇਕਿਨ ਵਿਵਹਾਰ ਵਿੱਚ ਜਾ ਕੇ ਜਦੋਂ ਸਿੱਖ ਹੋ ਜਿਹਾ ਨਾ ਨਿਤਰੇ ਨਾ ਨਿਕਲੇ, ਗੱਲ ਨਹੀਂ ਬਣਦੀ। ਇਸ ਦਾ ਵਿਵਹਾਰ ਵਿੱਚ ਵੀ ਯਾਦ ਰਹੇ ਕਿ ਮੈਂ ਗੁਰਦੁਆਰੇ ਗਿਆ ਸਾਂ, ਮੈਂ ਗੁਰੂ ਕਾ ਹਾਂ। ਕਿਰਤ ਨੂੰ ਉਹਨਾਂ ਨੇ ਕਿੰਨੀ ਮਹਾਨਤਾ ਦਿੱਤੀ। ਇੱਥੇ ਤੱਕ ਬੇਸ਼ੱਕ ਆਪ ਉਹਨਾਂ ਮੈਨੂੰ ਜਦੋਂ ਮਿਲੇ ਨੇ ਗੁਰਦੁਆਰਾ ਕਲਗੀਧਰ ਲੁਧਿਆਣਾ, ਦਾੜੀ ਅਜੇ ਤੱਕ ਆ ਰਹੀ ਸੀ, ਬੜੀ ਛੋਟੀ ਉਮਰ ਵਿੱਚ, ਛੋਟੀ ਜਿਹੀ ਕਿਰਪਾਨ ਹੱਥ ਵਿੱਚ ਫੜੀ। ਦਾਸਰੇ ਨੇ ਵੀ ਕਥਾ ਕੀਤੀ, ਇਹਨਾਂ ਕਥਾ ਕੀਤੀ, ਕੀਰਤਨ ਕੀਤਾ, ਬੜਾ ਪਿਆਰ ਬਣਿਆ। ਉਦੋਂ ਤੋਂ ਲੈ ਕੇ ਲਗਾਤਾਰ ਮਿਲਦੇ ਰਹੇ, ਇੱਕ ਅਟੁੱਟ ਨਾਤਾ ਬਣ ਗਿਆ। ਅਖੀਰ ਤੇ ਇੱਥੇ ਤੱਕ ਵੀ ਸਟੇਜਾਂ 'ਤੇ ਅਨਾਊਂਸ ਕੀਤਾ ਕਿ ਅਸੀਂ ਤੇ ਪਰਵਾਨਾ ਜੀ ਦੋਵੇਂ ਇਕੱਠੇ ਅੱਗੋਂ ਪ੍ਰੋਗਰਾਮ ਕਰਿਆ ਕਰਾਂਗੇ। ਪ੍ਰੋਗਰਾਮ ਉਲੀਕੇ, ਸਾਡਾ ਇੱਕ ਪ੍ਰੋਗਰਾਮ ਸਿਰਫ ਹੋ ਸਕਿਆ ਲੁਧਿਆਣੇ ਦਾ, ਬਾਕੀ ਜਲੰਧਰ ਦਾ, ਅੰਮ੍ਰਿਤਸਰ ਦਾ, ਦਿੱਲੀ ਦਾ, ਮੁੰਬਈ ਦਾ ਉਲੀਕੇ ਰਹਿ ਗਏ। ਕਰਤਾਰ ਨੂੰ ਇਹ ਮਨਜ਼ੂਰ ਸੀ, ਉਸ ਦੀ ਮਰਜ਼ੀ, ਪਰ ਉਹਨਾਂ ਦੇ ਮਨ ਵਿੱਚ ਜੋ ਲਾਲਸਾ ਸੀ ਹਰ ਸਿੱਖ ਅੰਮ੍ਰਿਤਧਾਰੀ ਹੋਵੇ। ਹਰ ਸਿੱਖ ਦੇ ਘਰ ਵਿੱਚ ਉਹ ਚਾਹੁੰਦੇ ਸਨ ਸਿੱਖ ਦੇ ਘਰ ਜਾਇਆ ਹੀ ਪਤਾ ਲੱਗ ਜਾਏ ਕਿ ਸਿੱਖ ਦੇ ਘਰ ਆ ਗਏ ਹਾਂ, ਸਿੱਖ ਦੇ ਘਰ ਜਾਇਆ ਪਤਾ ਲੱਗ ਜਾਏ ਇਹ ਗੁਰੂ ਕੇ ਸਿੱਖ ਦਾ ਘਰ ਹੈ। ਚਾਹੁੰਦੇ ਸਨ ਪ੍ਰਬੰਧਕ ਔਰ ਪ੍ਰਚਾਰਕ, ਇਹ 2 ਸਿੱਖੀ ਦਾ ਧੁਰਾ ਨੇ। ਪ੍ਰਬੰਧਕ ਵੀ ਤਿਆਰ ਬਰ ਤਿਆਰ ਹੋਣ, ਬੜੇ ਪ੍ਰੇਮੀ ਹੋਣ, ਔਰ ਪ੍ਰਚਾਰਕ ਜੋ ਪ੍ਰਚਾਰਦਾ ਉਸ ਦੇ ਅੰਦਰ ਸ਼ਰਧਾ ਕੁੱਟ-ਕੁੱਟ ਕੇ ਭਰੀ ਹੋਵੇ, ਔਰ ਕਿਰਤੀ ਹੋਣ, ਐਸਾ ਨਾ ਹੋਣ ਕਿਸੇ ਤੇ ਬੋਝ ਬਣਨ। ਮੈਂ ਜਦੋਂ ਘਰ ਮਿਲਣ ਵਾਸਤੇ ਗਿਆ ਬਾਅਦ ਵਿੱਚ ਮੈਂ ਹੈਰਾਨ ਹੋਇਆ। ਉਹਨਾਂ ਦੇ ਘਰੋਂ ਬੀਬੀ ਜੀ ਥੋੜ੍ਹੀ ਦੇਰ ਹੋਏ ਰਿਟਾਇਰ ਹੋਏ, ਚੰਡੀਗੜ੍ਹ ਤੋਂ ਮੋਹਾਲੀ ਤੋਂ ਚੱਲ ਕੇ ਖੰਨੇ ਰੋਜ਼ਾਨਾ ਪੜ੍ਹਾਉਣ ਵਾਸਤੇ ਆਉਂਦੇ ਰਹੇ। ਇਹ ਕਿਰਤ ਕੀਤੀ, ਇਸ ਕਿਰਤ ਨਾਲ ਬੱਚਿਆਂ ਨੂੰ ਪਾਲਿਆ। ਉਹਨਾਂ ਨੇ ਆਈਸ ਹੌਸਪੀਟਲ ਵੀ ਬਣਾਇਆ ਸੋਹਾਣਾ। ਅਕਾਲ ਆਸ਼ਰਮ ਗੁਰਦੁਆਰੇ ਦੇ ਸਾਹਮਣੇ ਹਸਪਤਾਲ ਹੈ ਬਣਿਆ। ਦਾਸ ਉਸ ਸਮਾਗਮ 'ਤੇ ਮਾਰਚ ਵਿੱਚ ਹਰ ਸਾਲ ਜਾਂਦਾ ਹੈ, ਇਸ ਵਾਰ ਵੀ ਗਿਆ। ਹਾਜ਼ਰੀ ਭਰੀ, ਕਹਿਣ ਲੱਗਿਆ ਉਹ ਹਸਪਤਾਲ ਵਿਖਾਈਏ। ਗਏ ਕਿ ਭਾਈ ਸਾਹਿਬ ਬੜੀ ਮਾਲਕ ਦੀ ਮਿਹਰ ਹੋਈ ਹੈ, ਇਸ ਹਸਪਤਾਲ ਵਿੱਚ ਹੀ ਅਨੇਕਾਂ ਦੀਆਂ ਅੱਖਾਂ ਠੀਕ ਹੋਣਗੀਆਂ। ਕਹਿਣ ਲੱਗੇ ਅੱਖਾਂ ਤਾਂ ਠੀਕ ਹੋਣਗੀਆਂ, ਮੈਂ ਤਾਂ ਅਰਦਾਸ ਕਰਨਾ ਬੰਦੇ ਨੂੰ ਰੱਬ ਵੇਖਣ ਵਾਲੀ ਅੱਖ ਮਿਲੇ। ਉਹ ਅੱਖ ਮਿਲ ਜਾਏ, ਅੱਜ ਹੀ ਸੰਸਾਰ ਸੱਚਖੰਡ ਬਣ ਜਾਏ। ਚਲੇ ਗਏ। ਉਹਨਾਂ ਦਾ ਜਾਣਾ, ਉਸ ਤੋਂ ਪਹਿਲੇ ਸਤਿਕਾਰਯੋਗ ਗਿਆਨੀ ਸੰਤ ਸਿੰਘ ਮਸਕੀਨ ਦਾ ਜਾਣਾ, ਇਹ ਮਹਾਂਪੁਰਖਾਂ ਦਾ ਦੋਵਾਂ ਦਾ ਜਾਣਾ, ਇਹ ਖਲਾ ਪੈਦਾ ਕਰ ਗਿਆ। ਪਤਾ ਨਹੀਂ ਕਿਵੇਂ ਪੂਰਾ ਹੋਵੇਗਾ। ਕੀ ਆਖੀਏ, ਅਜਲ
तुझसे ये सख्त नादानी हुई, गुल वो तोड़ा कि गुलशन भर की वीरानी होई। नाल ही फिर ध्यान आ जाता है, मालिक वाह तू है वाह तेरी रज़ाए, जो किश करें सोई पर होए बा अवर न करना जाए। ਤਾਂ ਮਾਲਕ ਜਿਵੇਂ ਤੇਰੀ ਰਜ਼ਾ, ਸਿਰ ਮੱਥੇ ਤੇ ਪ੍ਰਵਾਨ, ਪਰ ਸਾਨੂੰ ਐਸੇ ਪ੍ਰਚਾਰਕ, ਐਸੇ ਮਹਾਂਪੁਰਖ ਹੋਰ ਦੇ। ਇਹਨਾਂ ਦੀ ਜ਼ਰੂਰਤ ਹੈ ਜਿਨ੍ਹਾਂ ਦੇ ਬੋਲਾਂ ਵਿੱਚ ਬਰਕਤ ਹੋਵੇ, ਕਰਨੀ ਦੇ ਸੂਰਮੇ ਹੋਣ। ਉਹ ਮਹਾਂਪੁਰਖ ਸਾਨੂੰ ਦੇ। ਅੰਤ ਵਿੱਚ ਇਹ ਕਹਾਂਗਾ, ਅਕਾਲ ਪੁਰਖ ਅਰਦਾਸ ਹੈ ਉਹਨਾਂ ਦੀ ਕਾਲ ਪ੍ਰਵਾਨ ਕਰਨੀ ਅਤੇ ਸਿੱਖ ਪੰਥ ਨੂੰ ਜੋਦੜੀ ਹੈ। ਉਹਨਾਂ ਜੋ ਸੇਵਾਵਾਂ ਕੀਤੀਆਂ ਤੁਸੀਂ ਬਹੁਤ ਸਨਮਾਨ ਕੀਤਾ। ਇੱਕ ਹੋਰ ਕਰਨਾ, ਸਮੁੱਚੇ ਸਿੱਖਾਂ ਨੂੰ ਬੇਨਤੀ ਹੈ, ਜੋ ਜੀਵਨ ਭਰ ਗੁਰੂ ਸਵਾਰੇ ਮਸਕੀਨ ਜੀ ਕਹਿੰਦੇ ਰਹੇ, ਭਾਈ ਜਸਵੀਰ ਸਿੰਘ ਖਾਲਸਾ ਕਹਿੰਦੇ ਰਹੇ, ਅਸੀਂ ਪੰਥ ਰਤਨ ਆਖ ਕੇ ਨਿਵਾਜਿਆ, ਬੜਾ ਚੰਗਾ ਕੀਤਾ, ਉਹ ਇਸ ਯੋਗ ਸਨ। ਲੇਕਿਨ ਜੋ ਉਹਨਾਂ ਨੇ ਆਖਿਆ ਉਹ ਮੰਨ ਲਈਏ, ਜੋ ਉਹਨਾਂ ਆਖਿਆ ਉਹ ਕਾਲ ਕਮਾਈ ਸਾਡੇ ਜੀਵਨ ਦਾ ਅੰਗ ਬਣ ਜਾਏ। ਮੈਂ ਸਮਝਦਾ ਇਸ ਨਾਲ ਉਹ ਵੀ ਆਨੰਦ ਵਿੱਚ ਔਰ ਅਸੀਂ ਵੀ ਆਨੰਦ ਵਿੱਚ ਉਹਨਾਂ ਦੀ ਕਾਲ ਥਾਏ ਪਾਵੇ। ਗੁਰੂ ਐਸੇ ਪ੍ਰਚਾਰਕ ਸਿੱਖ ਪੰਥ ਨੂੰ ਹੋਰ ਦੇਵੇ। ਭਾਈ ਸਾਹਿਬ ਜੀ ਦੀ ਮਹਿਮਾ ਮੈਂ ਸਮਝਦਾ ਮੈਂ ਕੀ ਕਰ ਸਕਦਾ ਹਾਂ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ। ਹਾਂ ਇਹ ਹੀ ਕਹਾਂ, ਉਹ ਸਾਡੇ ਪ੍ਰੇਰਨਾ ਸਰੋਤ ਸਨ। ਗੁਰੂ ਪ੍ਰੇਰਨਾ ਸਰੋਤ ਹੋਰ ਦੇਵੇ, ਜਿਹੜੇ ਆਪ ਜੋ ਕਹਿੰਦੇ ਹਨ ਉਸ ਨੂੰ ਕਮਾਉਣ, ਤਾਂ ਕਿ ਦੂਸਰਾ ਵੇਖਣ ਵਾਲਾ ਬੋਲਣ ਤੋਂ ਪਹਿਲੇ ਹੀ ਅਸਰ ਕਬੂਲ ਜਾਏ। ਇਹ ਨੇਕ ਸ਼ਬਦ ਪ੍ਰਵਾਨ ਕਰਨੇ ਤਾਂ ਅਸੀਂ ਸਾਰੇ ਰਲ ਕੇ ਇੱਕ ਜ਼ੁਬਾਨ ਹੋ ਕੇ ਸਿੱਖ ਪੰਥ ਆਖੀਏ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।